ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ B ਦੇ ਪਾਠ ਕਰਮ ਵਿੱਚ ਸ਼ਾਮਿਲ ਪੰਜਾਬੀ ਵਿਆਕਰਨ ਦੇ ਦੂਸਰੇ ਅੰਗ ਸ਼ਬਦ ਬੋਧ ਅਧੀਨ ਆਉਂਦੇ ਸ਼ਬਦ ਭੇਦ, ਨਾਮ, ਪੜਨਾਮ ਅਤੇ ਵਿਸ਼ੇਸ਼ਣ ਦੀਆਂ ਕਿਸਮਾਂ ਬਾਰੇ ਗੱਲਬਾਤ ਕਰਾਂਗੇ। ਵਿਆਕਰਨ ਦੇ ਇਸ ਭਾਗ ਵਿੱਚ ਅੱਖਰਾਂ ਜਾਂ ਵਰਨਾਂ ਤੋਂ ਸ਼ਬਦ ਬਣਾਉਣ, ਸ਼ਬਦ ਭੇਦ ਅਤੇ ਸ਼ਬਦ ਰੂਪਾਂ ਸੰਬੰਧੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਪ੍ਰਯੋਗ ਜਾਂ ਕਾਰਜ ਦੇ ਆਧਾਰ 'ਤੇ ਪੰਜਾਬੀ ਸ਼ਬਦ ਸ਼੍ਰੇਣੀਆਂ ਨੂੰ 8 ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਇਸ ਨੂੰ ਸ਼ਬਦ ਭੇਦ ਕਹਿੰਦੇ ਹਨ। ਇਹ 8 ਸ਼ਬਦ ਭੇਦ ਹਨ: ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਿਕ। ਨਾਮ ਕੀ ਹੈ? ਮਨੁੱਖ ਦੇ ਆਲੇ ਦੁਆਲੇ ਵਿੱਚ ਮਿਲਦੇ ਸਾਰੇ ਜੀਵ ਜੰਤੂਆਂ, ਵਸਤੂਆਂ, ਸਥਾਨਾਂ ਅਤੇ ਭਾਵਨਾਵਾਂ ਆਦਿ ਨੂੰ ਕੋਈ ਨਾ ਕੋਈ ਨਾਂ ਦਿੱਤਾ ਹੈ। ਦਰਅਸਲ ਵਿੱਚ ਕਿਸੇ ਵੀ ਭਾਸ਼ਾ ਦੀ ਸ਼ਬਦ ਸੂਚੀ ਵਿੱਚ ਨਾਮ ਸ਼ਬਦ ਦੀ ਗਿਣਤੀ ਅਸੀਮਤ ਹੁੰਦੀ ਹੈ। ਸੰਖੇਪ ਵਿੱਚ ਅਸੀਂ ਨਾਮ ਦੀ ਪਰਿਭਾਸ਼ਾ ਕਿਵੇਂ ਦੇ ਸਕਦੇ ਹਾਂ? ਤੁਸੀਂ ਦੇਖ ਰਹੇ ਹੋ, ਜਿਹੜੇ ਸ਼ਬਦ ਕਿਸੇ ਵਿਅਕਤੀ, ਜੀਵ, ਵਸਤੂ, ਸਥਾਨ ਜਾਂ ਭਾਵ ਬਾਰੇ ਦੱਸਣ, ਉਹਨਾਂ ਨੂੰ ਨਾਮ ਕਹਿੰਦੇ ਹਨ। ਜਿਵੇਂ ਪਹਿਲਾਂ ਗੱਲ ਹੋਈ ਵਿਅਕਤੀ ਬਾਰੇ। ਵਿਅਕਤੀ ਜਿਵੇਂ ਆਪਾਂ ਕਹਿੰਦੇ ਹਾਂ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ। ਕਿਸੇ ਜੀਵ ਬਾਰੇ ਜਿਵੇਂ ਹਾਥੀ, ਸ਼ੇਰ ਅਤੇ ਹੋਰ ਵੀ ਬਹੁਤ ਸਾਰੇ ਜੀਵ। ਵਸਤੂ ਬਾਰੇ ਜਿਵੇਂ ਆਪਾਂ ਕਹਿੰਦੇ ਹਾਂ ਕੁਰਸੀ, ਸਾਈਕਲ ਅਤੇ ਹੋਰ ਵੀ ਬਹੁਤ ਸਾਰੀਆਂ ਵਸਤੂਆਂ ਦੇ ਨਾਂ। ਸਥਾਨ ਬਾਰੇ ਜਿਵੇਂ ਬੱਸ ਅੱਡਾ, ਤਾਜ ਮਹਲ, ਲਾਲ ਕਿਲ੍ਹਾ, ਰਾਸ਼ਟਰਪਤੀ ਭਵਨ ਅਤੇ ਹੋਰ ਵੀ ਬਹੁਤ ਸਾਰੀਆਂ ਥਾਵਾਂ ਦੇ ਨਾਂ। ਭਾਵ ਬਾਰੇ ਜਿਵੇਂ ਖੁਸ਼ੀ ਦਾ ਭਾਵ, ਘਬਰਾਹਟ ਜਾਂ ਹੈਰਾਨੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਸ਼ਬਦ ਕਿਸੇ ਵਿਅਕਤੀ, ਜੀਵ, ਵਸਤੂ, ਸਥਾਨ ਜਾਂ ਭਾਵ ਬਾਰੇ ਦੱਸਣ, ਉਹਨਾਂ ਸ਼ਬਦਾਂ ਨੂੰ ਅਸੀਂ ਨਾਮ ਕਹਿੰਦੇ ਹਾਂ। ਅਰਥ ਦੇ ਪੱਖ ਤੋਂ ਨਾਮ 5 ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਹੈ ਆਮ ਨਾਮ ਜਾਂ ਜਾਤੀਵਾਚਕ ਨਾਮ। ਦੂਸਰਾ ਹੈ ਨਿੱਜਵਾਚਕ ਨਾਮ ਜਾਂ ਖਾਸ ਨਾਮ। ਤੀਸਰਾ ਹੈ ਇਕੱਠਵਾਚਕ ਨਾਮ ਜਾਂ ਸਮੂਹਵਾਚਕ ਨਾਮ। ਨਾਮ ਦੀ ਚੌਥੀ ਕਿਸਮ ਹੈ ਪਦਾਰਥਵਾਚਕ ਨਾਮ ਜਾਂ ਵਸਤੂਵਾਚਕ ਨਾਮ। ਅਤੇ ਨਾਮ ਦੀ 5ਵੀਂ ਕਿਸਮ ਹੈ ਭਾਵਵਾਚਕ ਨਾਮ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਨਾਮ ਦੀ ਪਹਿਲੀ ਕਿਸਮ ਬਾਰੇ, ਜਿਸ ਦਾ ਨਾਂ ਹੈ ਆਮ ਨਾਮ ਜਾਂ ਜਾਤੀਵਾਚਕ ਨਾਮ। ਜਿਹੜੇ ਨਾਮ ਇੱਕੋ ਜਾਤੀ ਜਾਂ ਸ਼੍ਰੇਣੀ ਦੇ ਸਾਰੇ ਪ੍ਰਾਣੀਆਂ ਜਾਂ ਵਸਤਾਂ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਅਸੀਂ ਆਮ ਨਾਮ ਜਾਂ ਜਾਤੀਵਾਚਕ ਨਾਮ ਕਹਿੰਦੇ ਹਾਂ। ਜਿਵੇਂ ਬਹੁਤ ਸਾਰੀਆਂ ਉਦਾਹਰਨਾਂ ਨੇ: ਮਨੁੱਖ, ਭੈਣ, ਮੁੰਡਾ, ਮਾਂ, ਬਾਪ, ਦਰਿਆ, ਸ਼ਹਿਰ, ਪੁਸਤਕ, ਫੁੱਲ, ਅਧਿਆਪਕ, ਪਿੰਡ ਆਦਿ। ਇਸ ਸ਼੍ਰੇਣੀ ਦੇ ਸ਼ਬਦਾਂ ਦਾ ਬਹੁਵਚਨ ਵੀ ਬਣਦਾ ਹੈ। ਜਿਵੇਂ ਭੈਣ ਤੋਂ ਭੈਣਾਂ, ਮੁੰਡਾ ਤੋਂ ਮੁੰਡੇ, ਮਾਂ ਤੋਂ ਮਾਵਾਂ। ਇਸ ਤਰ੍ਹਾਂ ਸਾਡੀ ਪਹਿਲੀ ਕਿਸਮ ਹੈ ਆਮ ਨਾਮ ਜਾਂ ਜਾਤੀਵਾਚਕ ਨਾਮ। ਨਾਮ ਦੀ ਦੂਸਰੀ ਕਿਸਮ ਹੈ ਨਿੱਜਵਾਚਕ ਨਾਮ ਜਾਂ ਖਾਸ ਨਾਮ। ਜਿਹੜੇ ਸ਼ਬਦਾਂ ਤੋਂ ਸਾਨੂੰ ਕਿਸੇ ਖਾਸ ਵਿਅਕਤੀ, ਖਾਸ ਜੀਵ, ਖਾਸ ਥਾਂ ਜਾਂ ਖਾਸ ਵਸਤੂ ਦਾ ਗਿਆਨ ਹੁੰਦਾ ਹੈ, ਉਸ ਨੂੰ ਨਿੱਜਵਾਚਕ ਜਾਂ ਖਾਸ ਨਾਮ ਕਹਿੰਦੇ ਹਨ। ਕਿਵੇਂ? ਬਹੁਤ ਸਾਰੇ ਸ਼ਬਦ ਨੇ, ਜਿਵੇਂ ਹਰਬੀਰ ਕੌਰ,
ਗੁਰਬੀਰ ਸਿੰਘ, ਘੁਮਾਣ, ਗੁਰਦਾਸਪੁਰ, ਦਿੱਲੀ, ਪੰਜਾਬ, ਭਾਰਤ, ਚੰਦ, ਧਰਤੀ, ਸੂਰਜ ਆਦਿ। ਇਸ ਸ਼੍ਰੇਣੀ ਵਿਚਲੇ ਨਾਵਾਂ ਦਾ ਬਹੁਵਚਨ ਨਹੀਂ ਬਣਦਾ, ਇਹ ਇੱਕ ਵਚਨ ਵਿੱਚ ਹੀ ਹੁੰਦੇ ਹਨ। ਨਾਮ ਦੀ ਤੀਸਰੀ ਕਿਸਮ ਹੈ ਇਕੱਠਵਾਚਕ ਨਾਮ, ਜਿਸ ਨੂੰ ਅਸੀਂ ਸਮੂਹਵਾਚਕ ਨਾਮ ਵੀ ਕਹਿੰਦੇ ਹਾਂ। ਅਜਿਹਾ ਨਾਮ ਜੋ ਵਿਅਕਤੀਆਂ, ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤਾਂ ਦੇ ਇਕੱਠ ਜਾਂ ਸਮੂਹ ਲਈ ਵਰਤਿਆ ਜਾਵੇ, ਉਸ ਨੂੰ ਅਸੀਂ ਇਕੱਠਵਾਚਕ ਜਾਂ ਸਮੂਹਵਾਚਕ ਨਾਮ ਕਹਿੰਦੇ ਹਾਂ। ਬਹੁਤ ਸਾਰੀਆਂ ਉਦਾਹਰਨਾਂ ਹਨ, ਜਿਵੇਂ ਫੌਜ, ਸ਼੍ਰੇਣੀ, ਟੀਮ, ਜੰਜ, ਵੱਗ, ਹੇਡ, ਡਾਰ, ਢੇਰ, ਟੋਲੀ, ਜਥਾ, ਇੱਜੜ ਆਦਿ। ਅਤੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸ਼ਬਦ ਜਿਹੜੇ ਕਿ ਕਿਸੇ ਸਮੂਹ ਜਾਂ ਇਕੱਠ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਅਸੀਂ ਇਕੱਠਵਾਚਕ ਨਾਮ ਜਾਂ ਸਮੂਹਵਾਚਕ ਨਾਮ ਕਹਿੰਦੇ ਹਾਂ। ਨਾਮ ਦੀ ਚੌਥੀ ਕਿਸਮ ਹੈ ਪਦਾਰਥਵਾਚਕ ਨਾਮ, ਜਿਸ ਨੂੰ ਅਸੀਂ ਵਸਤੂਵਾਚਕ ਨਾਮ ਵੀ ਕਹਿੰਦੇ ਹਾਂ। ਅਜਿਹੇ ਨਾਮ ਜੋ ਤੋਲੀਆਂ ਜਾਂ ਮਿਣੀਆਂ ਜਾਣ ਵਾਲੀਆਂ ਚੀਜ਼ਾਂ ਲਈ ਵਰਤੇ ਜਾਣ, ਉਹਨਾਂ ਨੂੰ ਅਸੀਂ ਵਸਤੂਵਾਚਕ ਜਾਂ ਪਦਾਰਥਵਾਚਕ ਨਾਮ ਕਹਿੰਦੇ ਹਾਂ। ਜਿਵੇਂ ਦੁੱਧ, ਸੋਨਾ, ਘਿਓ, ਬਦਾਮ, ਗੁੜ, ਸ਼ੱਕਰ, ਪਾਣੀ, ਤੇਲ, ਲੋਹਾ, ਕਣਕ, ਚੌਲ ਅਤੇ ਹੋਰ ਵੀ ਬਹੁਤ ਸਾਰੇ ਸ਼ਬਦ ਜਿਹੜੇ ਪਦਾਰਥ ਜਾਂ ਕਿਸੇ ਵਸਤੂ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਅਸੀਂ ਪਦਾਰਥਵਾਚਕ ਨਾਮ ਜਾਂ ਵਸਤੂਵਾਚਕ ਨਾਮ ਕਹਿੰਦੇ ਹਾਂ, ਜਿਹੜੀਆਂ ਚੀਜ਼ਾਂ ਤੋਲੀਆਂ ਅਤੇ ਮਿਣੀਆਂ ਜਾ ਸਕਦੀਆਂ ਹਨ। ਨਾਮ ਦੀ ਪੰਜਵੀਂ ਕਿਸਮ ਹੈ ਭਾਵਵਾਚਕ ਨਾਮ। ਭਾਵਵਾਚਕ ਨਾਮ ਕੀ ਹੈ? ਜਿਹੜੇ ਸ਼ਬਦ ਤੋਂ ਕਿਸੇ ਗੁਣ, ਸਥਿਤੀਆਂ ਜਾਂ ਭਾਵ ਆਦਿ ਦਾ ਗਿਆਨ ਹੋਵੇ, ਉਹਨਾਂ ਨੂੰ ਭਾਵਵਾਚਕ ਨਾਮ ਕਹਿੰਦੇ ਹਨ। ਭਾਵ ਦਾ ਅਰਥ ਹੈ ਭਾਵਨਾਵਾਂ ਨਾਲ ਜੁੜਿਆ ਹੋਇਆ। ਇਹਨਾਂ ਨੂੰ ਵੇਖਿਆ ਜਾਂ ਛੂਹਿਆ ਨਹੀਂ ਜਾ ਸਕਦਾ, ਸਿਰਫ ਤੇ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਜਿਵੇਂ ਖੁਸ਼ੀ, ਦੁੱਖ, ਸੁੱਖ, ਬਚਪਨ, ਬੁਢਾਪਾ, ਸੁੰਦਰਤਾ, ਸਿਹਤ, ਗੁਲਾਮੀ, ਗਰੀਬੀ, ਬਿਮਾਰੀ, ਪਿਆਰ, ਦੇਸ਼ ਭਗਤੀ, ਵਫਾਦਾਰੀ। ਇਹ ਸਾਰੇ ਇਹੋ ਜਿਹੇ ਸ਼ਬਦ ਨੇ ਜਿਨ੍ਹਾਂ ਸ਼ਬਦਾਂ ਨੂੰ ਨਾ ਤਾਂ ਆਪਾਂ ਦੇਖ ਸਕਦੇ ਹਾਂ, ਨਾ ਆਪਾਂ ਛੂਹ ਸਕਦੇ ਹਾਂ, ਸਿਰਫ ਤੇ ਸਿਰਫ ਇਹਨਾਂ ਭਾਵਨਾਵਾਂ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ, ਅਤੇ ਮਹਿਸੂਸ ਕਰਨ ਦੀ ਇਸ ਪ੍ਰਕਿਰਿਆ ਨੂੰ ਅਸੀਂ ਭਾਵਵਾਚਕ ਨਾਮ ਕਹਿੰਦੇ ਹਾਂ। ਆਪਾਂ ਦੂਸਰੇ ਸ਼ਬਦ ਭੇਦ ਬਾਰੇ ਗੱਲ ਕਰਾਂਗੇ, ਜਿਸ ਦਾ ਨਾਂ ਹੈ ਪੜ੍ਹਨਾਂਵ। ਪੜ੍ਹਨਾਂਵ ਕੀ ਹੈ? ਪੜ੍ਹਨਾਂਵ ਇੱਕ ਅਜਿਹੀ ਸ਼ਬਦ ਸ਼੍ਰੇਣੀ ਹੈ ਜੋ ਪੰਜਾਬੀ ਭਾਸ਼ਾ ਦੀ ਵਾਕ ਬਣਤਰ ਵਿੱਚ ਨਾਮ ਸ਼ਬਦਾਂ ਦੀ ਥਾਂ ਉੱਤੇ ਵਰਤੀ ਜਾਂਦੀ ਹੈ। ਨਾਮ ਸ਼ਬਦਾਂ ਦੀ ਵਾਰ-ਵਾਰ ਵਰਤੋਂ ਨਾਲ ਭਾਸ਼ਾ ਦੀ ਰੋਚਕਤਾ ਕਾਇਮ ਨਹੀਂ ਰਹਿੰਦੀ। ਇੰਜ ਕਰਨ ਨਾਲ ਭਾਸ਼ਾ ਅਕਾਊ ਲੱਗਣ ਲੱਗ ਪੈਂਦੀ ਹੈ। ਇਸ ਕਰਕੇ ਨਾਮ ਸ਼ਬਦਾਂ ਦੀ ਵਾਰ-ਵਾਰ ਵਰਤੋਂ ਕਰਨ ਦੀ ਥਾਂ ਪੜ੍ਹਨਾਂਵ ਸ਼ਬਦਾਂ ਦੀ ਵਰਤੋਂ ਸਹੀ ਜਾਪਦੀ ਹੈ। ਪੜ੍ਹਨਾਂਵ ਸ਼ਬਦ ਨਾਮ ਸ਼ਬਦ ਦੀ ਥਾਂ ਪੂਰ ਕੇ ਉਹੀ ਵਾਕਾਤਮਿਕ ਕਾਰਜ ਕਰਨ ਦੀ ਸਮਰੱਥਾ ਰੱਖਦਾ ਹੈ ਜੋ ਨਾਮ ਰੱਖਦਾ ਹੈ। ਵਰਤਮਾਨ ਪੰਜਾਬੀ ਭਾਸ਼ਾ ਵਿੱਚ ਪੜ੍ਹਨਾਂਵ ਸ਼ਬਦਾਂ ਦਾ ਕੋਈ ਲਿੰਗ ਭੇਦ ਨਹੀਂ ਰਿਹਾ, ਪਰ ਇਹ ਬੋਲਣ ਵਾਲੇ ਦੇ ਲਿੰਗ ਅਨੁਸਾਰ ਕਿਰਿਆ ਉੱਤੇ ਨਿਸ਼ਚਿਤ ਕੀਤਾ ਗਿਆ ਹੈ। ਜਿਵੇਂ ਇੱਥੇ ਅਸੀਂ ਇੱਕ ਉਦਾਹਰਨ ਦੇਖਦੇ ਹਾਂ। ਸਾਡੇ ਕੋਲ ਇੱਕ ਪੈਰਾ ਹੈ। ਹਰਬੀਰ ਸਕੂਲ ਵਿੱਚ ਪੜ੍ਹਦੀ ਹੈ। ਹਰਬੀਰ ਦੀ ਉਮਰ 10 ਸਾਲ ਹੈ। ਹਰਬੀਰ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ। ਹਰਬੀਰ ਹਰ ਸਾਲ ਆਪਣੀ ਜਮਾਤ ਵਿੱਚੋਂ ਪਹਿਲੇ ਨੰਬਰ 'ਤੇ ਆਉਂਦੀ ਹੈ। ਹਰਬੀਰ ਦੇ ਸਾਰੇ ਅਧਿਆਪਕ ਹਰਬੀਰ ਨੂੰ ਬਹੁਤ ਪਿਆਰ ਕਰਦੇ ਹਨ। ਹਰਬੀਰ ਹਰਮਨ ਪਿਆਰੀ ਬੱਚੀ ਹੈ। ਇਸ ਪੈਰੇ ਦੇ ਹਰ ਵਾਕ ਵਿੱਚ ਹਰਬੀਰ ਸ਼ਬਦ ਵਰਤਿਆ ਗਿਆ ਹੈ ਜੋ ਕਿ ਨਾਮ ਹੈ। ਵਾਰ-ਵਾਰ ਹਰਬੀਰ ਨਾ ਵਰਤਣ ਨਾਲ
ਪੈਰੇ ਵਿੱਚ ਰੋਚਕਤਾ ਨਹੀਂ ਰਹੀ ਅਤੇ ਅਕੇਵਾਂ ਪੈਦਾ ਹੋ ਗਿਆ। ਸਹੀ ਰੂਪ ਦੇ ਵਿੱਚ ਪੈਰਾ ਇਸ ਤਰ੍ਹਾਂ ਲਿਖਿਆ ਜਾਵੇਗਾ, ਹਰਬੀਰ ਸਕੂਲ ਵਿੱਚ ਪੜ੍ਹਦੀ ਹੈ, ਉਸ ਦੀ ਉਮਰ 10 ਸਾਲ ਹੈ, ਉਸ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ, ਉਹ ਹਰ ਸਾਲ ਆਪਣੀ ਜਮਾਤ ਵਿੱਚੋਂ ਪਹਿਲੇ ਨੰਬਰ 'ਤੇ ਆਉਂਦੀ ਹੈ, ਉਸ ਦੇ ਸਾਰੇ ਅਧਿਆਪਕ ਉਸ ਨੂੰ ਬਹੁਤ ਪਿਆਰ ਕਰਦੇ ਹਨ, ਉਹ ਹਰਮਨ ਪਿਆਰੀ ਬੱਚੀ ਹੈ। ਇਸ ਪੈਰੇ ਦੇ ਜਿਹੜੇ ਸ਼ਬਦ ਆ, ਉਸ ਦੀ, ਉਸ ਨੂੰ, ਉਹ, ਉਸ ਦੇ, ਉਸ ਨੂੰ, ਉਹ, ਇਹ ਸ਼ਬਦ ਪੜਨਾਮ ਹਨ। ਅਸੀਂ ਗੱਲਬਾਤ ਕਰਨ ਸਮੇਂ ਜਾਂ ਲਿਖਣ ਸਮੇਂ ਸ਼ਬਦਾਂ ਦੀ ਵਰਤੋਂ ਕਰਦੇ ਹਾਂ। ਇਹਨਾਂ ਸ਼ਬਦਾਂ ਵਿੱਚੋਂ ਕਈ ਸ਼ਬਦ ਨਾਮ ਹੁੰਦੇ ਹਨ, ਜਿਵੇਂ ਪਹਿਲੇ ਪੈਰੇ ਵਿੱਚ ਹਰ ਥਾਂ ਵਰਤਿਆ ਗਿਆ ਸ਼ਬਦ ਹਰਬੀਰ ਨਾਮ ਹੈ। ਪਰ ਕਈ ਵਾਰ ਅਸੀਂ ਨਾਮ ਦੀ ਥਾਂ ਹੋਰ ਸ਼ਬਦ ਵਰਤ ਲੈਂਦੇ ਹਾਂ, ਜਿਵੇਂ ਇਸ ਪੈਰੇ ਦੇ ਵਿੱਚ ਅਸੀਂ ਹਰਬੀਰ ਸ਼ਬਦ ਦੀ ਥਾਂ 'ਤੇ ਕੁਝ ਹੋਰ ਸ਼ਬਦਾਂ ਦੀ ਵਰਤੋਂ ਕੀਤੀ ਹੈ ਅਤੇ ਇਹਨਾਂ ਸ਼ਬਦਾਂ ਨੂੰ ਪੜਨਾਮ ਕਹਿੰਦੇ ਹਨ। ਸੋ ਪੜਨਾਮ ਕੀ ਹੈ? ਜਿਹੜਾ ਸ਼ਬਦ ਕਿਸੇ ਨਾਮ ਦੀ ਥਾਂ 'ਤੇ ਵਰਤਿਆ ਜਾਂਦਾ ਹੈ, ਉਸ ਸ਼ਬਦ ਨੂੰ ਪੜਨਾਮ ਕਿਹਾ ਜਾਂਦਾ ਹੈ। ਜਿਵੇਂ ਬਹੁਤ ਸਾਰੇ ਸ਼ਬਦ ਨੇ, ਮੈਂ, ਉਹ, ਤੂੰ, ਕੌਣ, ਕਿਸ, ਕਿਹੜਾ, ਉਹਨਾਂ, ਇਹਨਾਂ, ਇਹ, ਉਸ ਆਦਿ, ਇਹ ਸਾਰੇ ਸ਼ਬਦ ਪੜਨਾਮ ਹਨ। ਸੋ ਪੜਨਾਮ ਕੀ ਹੈ? ਜਿਹੜਾ ਸ਼ਬਦ ਕਿਸੇ ਨਾਮ ਦੀ ਥਾਂ 'ਤੇ ਵਰਤਿਆ ਜਾਂਦਾ ਹੈ, ਉਸ ਸ਼ਬਦ ਨੂੰ ਅਸੀਂ ਪੜਨਾਮ ਕਹਿੰਦੇ ਹਾਂ। ਪੜਨਾਮ ਦੀਆਂ ਮੁੱਖ ਰੂਪ ਦੇ ਵਿੱਚ 6 ਕਿਸਮਾਂ ਹੁੰਦੀਆਂ ਹਨ। ਸਭ ਤੋਂ ਪਹਿਲਾਂ ਆਪਾਂ ਪੜਨਾਮ ਦੀ ਪਹਿਲੀ ਕਿਸਮ ਬਾਰੇ ਗੱਲ ਕਰਾਂਗੇ, ਜਿਸ ਦਾ ਨਾਂ ਹੈ ਪੁਰਖਵਾਚਕ ਪੜਨਾਮ। ਪੁਰਖਵਾਚਕ ਪੜਨਾਮ ਕੀ ਹੈ? ਆਪਸ ਵਿੱਚ ਗੱਲਬਾਤ ਕਰਦੇ ਹੋਏ ਅਸੀਂ ਆਪਣਾ ਜਾਂ ਕਿਸੇ ਦੂਜੇ ਪੁਰਖ ਦਾ ਨਾਂ ਲੈਣ ਦੀ ਥਾਂ ਜਿਹੜੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਉਸ ਨੂੰ ਪੁਰਖਵਾਚਕ ਪੜਨਾਮ ਕਹਿੰਦੇ ਹਨ। ਪੁਰਖਵਾਚਕ ਪੜਨਾਮ 3 ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਪੁਰਖ ਜਾਂ ਉੱਤਮ ਪੁਰਖ, ਦੂਜਾ ਪੁਰਖ ਜਾਂ ਮੱਧਮ ਪੁਰਖ, ਤੀਜਾ ਪੁਰਖ ਜਾਂ ਅੰਨ੍ਯ ਪੁਰਖ। ਪਹਿਲਾ ਪੁਰਖ ਜਾਂ ਉੱਤਮ ਪੁਰਖ ਉਹ ਹੁੰਦਾ ਹੈ ਜੋ ਗੱਲ ਕਰਦਾ ਹੈ। ਉਹ ਆਪਣਾ ਨਾਂ ਲੈਣ ਦੀ ਥਾਂ ਆਪਣੇ ਲਈ ਕੁਝ ਸ਼ਬਦਾਂ ਦੀ ਵਰਤੋਂ ਕਰਦਾ ਹੈ, ਜਿਵੇਂ ਮੈਂ, ਮੈਨੂੰ, ਅਸੀਂ, ਸਾਨੂੰ, ਸਾਡਾ, ਇਸ ਤਰ੍ਹਾਂ ਦੇ ਸ਼ਬਦ। ਮੈਂ ਅਤੇ ਮੈਨੂੰ ਪਹਿਲੇ ਪੁਰਖ ਦੇ ਇੱਕ ਵਚਨ ਰੂਪ ਹਨ ਅਤੇ ਅਸੀਂ, ਸਾਨੂੰ, ਸਾਡਾ ਇਹ ਬਹੁਵਚਨ ਰੂਪ ਹਨ। ਪਹਿਲੇ ਪੁਰਖ ਨੂੰ ਉੱਤਮ ਪੁਰਖ ਵੀ ਕਿਹਾ ਜਾਂਦਾ ਹੈ। ਪੁਰਖਵਾਚਕ ਪੜਨਾਮ ਦੀ ਦੂਸਰੀ ਕਿਸਮ ਹੈ ਦੂਜਾ ਪੁਰਖ ਜਾਂ ਮੱਧਮ ਪੁਰਖ। ਮੱਧਮ ਪੁਰਖ ਜਾਂ ਦੂਜਾ ਪੁਰਖ ਅਸੀਂ ਉਸ ਨੂੰ ਕਹਿੰਦੇ ਹਾਂ ਜਿਸ ਨਾਲ ਗੱਲ ਕੀਤੀ ਜਾਂਦੀ ਹੈ। ਗੱਲ ਕਰਨ ਵਾਲਾ ਉਸ ਦਾ ਨਾਂ ਲੈਣ ਦੀ ਥਾਂ ਜਿਹੜੇ ਸ਼ਬਦਾਂ ਦੀ ਵਰਤੋਂ ਕਰਦਾ ਹੈ, ਉਹਨਾਂ ਸ਼ਬਦਾਂ ਨੂੰ ਦੂਜੇ ਪੁਰਖ ਦੇ ਪੁਰਖਵਾਚਕ ਪੜਨਾਮ ਕਹਿੰਦੇ ਹਨ। ਜਿਵੇਂ ਤੂੰ, ਤੇਰਾ, ਤੈਨੂੰ, ਤੁਸੀਂ, ਤੁਹਾਨੂੰ, ਤੁਹਾਡਾ। ਪੁਰਖਵਾਚਕ ਪੜਨਾਮ ਦੀ ਤੀਸਰੀ ਕਿਸਮ ਹੈ ਤੀਜਾ ਪੁਰਖ ਜਾਂ ਅੰਨ੍ਯ ਪੁਰਖ। ਜਿਸ ਪੁਰਖ ਬਾਰੇ ਗੱਲ ਕੀਤੀ ਜਾਂਦੀ ਹੈ, ਉਸ ਨੂੰ ਤੀਜਾ ਪੁਰਖ ਕਿਹਾ ਜਾਂਦਾ ਹੈ। ਉਸ ਪੁਰਖ ਦਾ ਨਾਂ ਵਾਰ-ਵਾਰ ਲੈਣ ਦੀ ਥਾਂ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਸ਼ਬਦਾਂ ਨੂੰ ਤੀਜੇ ਪੁਰਖ ਦੇ ਪੁਰਖਵਾਚਕ ਪੜਨਾਮ ਕਹਿੰਦੇ ਹਨ। ਜਿਵੇਂ ਉਹ, ਉਸ, ਉਹਦਾ, ਉਹਦੀ, ਉਹਨਾਂ, ਇਹ, ਇਹਨਾਂ, ਇਹਦਾ, ਇਹਦੀ ਆਦਿ ਸ਼ਬਦ ਤੀਜੇ ਪੁਰਖ ਦੇ ਪੁਰਖਵਾਚਕ ਪੜਨਾਮ ਹਨ। ਪੜਨਾਮ ਦੀ ਦੂਸਰੀ ਕਿਸਮ ਹੈ ਨਿਜਵਾਚਕ ਪੜਨਾਮ। ਜੋ ਪੜਨਾਮ ਕਰਤਾ ਦੇ ਨਾਲ ਹੀ ਜੁੜ ਕੇ ਆਉਂਦੇ ਹਨ ਅਤੇ ਉਸੇ ਦਾ ਹੀ ਰੂਪ ਹੁੰਦੇ ਹਨ, ਉਸ ਨੂੰ ਨਿਜਵਾਚਕ ਪੜਨਾਮ ਕਹਿੰਦੇ ਹਨ। ਭਾਵ ਉਹ ਪੜਨਾਮ ਜੋ ਨਾਮ ਦੇ ਨਾਲ ਆ ਕੇ ਉਸੇ ਨਾਮ ਦੀ ਨਿਜਤਾ ਨੂੰ ਪ੍ਰਗਟਾਵੇ, ਉਸ ਨੂੰ ਨਿਜਵਾਚਕ ਪੜਨਾਮ ਕਹਿੰਦੇ ਹਨ। ਪੰਜਾਬੀ ਭਾਸ਼ਾ ਵਿੱਚ ਸਿਰਫ ਆਪ ਜਿਹੜਾ ਸ਼ਬਦ ਆ, ਐੜੇ ਕੰਨਾ ਪੱਪਾ ਆਪ, ਇਹ ਸ਼ਬਦ ਨਿਜਵਾਚਕ ਪੜਨਾਮ ਹੈ। ਇਸ ਤੋਂ ਅੱਗੇ ਕਈ ਸ਼ਬਦ ਬਣ ਗਏ ਹਨ,
जिमें अपना, अपने आप, आपस, खुद, निजी आदि शब्द। जिमें आपां कहने आ मैं आप तुहाडे नाल जावांगी, इस वाक विच मैं करता है अते आप निजवाचक पड़नाव है। जां आपां कहंदे हां बच्चे आपस विच खेडदे हन, इस वाक विच बच्चे करता हन अते आपस शब्द निजवाचक पड़नाव है। पड़नाव की तीसरी किस्म का नाम है निश्चयवाचक पड़नाव। किसी दिस रहे व्यक्ति, जीव जां वस्तु बारे दस्सण लई नाम शब्द की थां वरतिया जाण वाला शब्द निश्चयवाचक पड़नाव हुंदा है। भाव जिहड़े शब्द किसी दूर जां नेड़े दे किसी व्यक्ति, जीव जां वस्तु वाल इशारा करदिआं वरते जाण उन्हां नूं निश्चयवाचक पड़नाव कहंदे हन। जिवें यह मेरा घर है, इस वाक विच यह शब्द निश्चयवाचक पड़नाव है। जां आपां कहने आ ओह तेरा स्कूल है, इस वाक विच ओह शब्द निश्चयवाचक पड़नाव है। पड़नाव की अगली किस्म है अनिश्चयवाचक पड़नाव। नाम शब्द की थां वरते जाण वाले जिहड़े पड़नाव शब्द तो किसी व्यक्ति, जीव, वस्तु, स्थान आदि का स्पष्ट जां निश्चित ज्ञान ना होवे, सगों अस्पष्ट अते अनिश्चित संकेत जिहा होवे, भाव जिहड़े शब्द निश्चित रूप विच कुछ ना दस्सण, सिर्फ अंदाजा ही लगाउण, उसनूं अनिश्चयवाचक पड़नाव कहंदे हन। जिवें कई विद्यार्थी पढ़ाई विच भी उन्नी ही दिलचस्पी रखते हैं जिन्नी के खेडां विच। इस वाक विच कई शब्द अनिश्चयवाचक पड़नाव है, क्योंकि ये स्पष्टता नहीं है कि किन्ने बच्चे पढ़ाई विच अते किन्ने बच्चे खेडां विच दिलचस्पी लैंदे हन। जां आपां कहंदे हां कि बहुत सारे बच्चे जमात विच बैठे हैं, इस वाक विच बहुत सारे अनिश्चयवाचक पड़नाव है, क्योंकि वाक विच स्पष्टता नहीं है कि किन्ने बच्चे जमात विच बैठे हैं, सिर्फ अंदाजा ही है, सो ये अनिश्चयवाचक पड़नाव है। पड़नाव की पंजवीं किस्म का नाम है संबंधवाचक पड़नाव। संबंधवाचक पड़नाव की है? जिहड़ा पड़नाव शब्द जिहड़ा आ वो नाम शब्द की थां वरतिया जावे, पर नाल ही दो वाकां नूं आपस विच जोड़न दा काम भी करे। भाव जिहड़े शब्द की वरतों असीं नाम शब्द की थां ते भी करिए, पर नाल ही वो शब्द दो वाकां नूं आपस विच जोड़न दा काम करे, उसनूं असीं संबंधवाचक पड़नाव कहंदे हां। कई बार इस दी वरतों संयुक्त रूप विच भी कर ली जाती है, जिवें वाक है जो करेगा सो भरेगा। इस वाक विच जो शब्द अते सो शब्द संबंधवाचक पड़नाव हन। जां आपां कहंदे हां मेरा एक गुआंढी है जिहड़ा हर वेले पढ़दा रहिंदा है, इस वाक विच जिहड़ा शब्द संबंधवाचक पड़नाव है जो कि नाम की थां ते भी वरतिया गया है अते उसने दो वाकां नूं आपस विच जोड़न दा काम भी कीता है। पड़नाव की अगली किस्म है प्रश्नवाचक पड़नाव। प्रश्नवाचक पड़नाव पड़नाव की छेवीं अते आखिरी किस्म है। प्रश्नवाचक पड़नाव की हुंदा है? जिहड़े शब्द नूं नाम शब्द की थां वरतिया जावे, पर नाल ही उस राही कोई प्रश्न भी पुछया जावे, उसनूं प्रश्नवाचक पड़नाव कहंदे हन। जिवें की, कौन, किहड़ा, किवें, किसने, कदों आदि शब्द प्रश्नवाचक पड़नाव हन, क्योंकि इन्हां दे राही कोई ना कोई प्रश्न पुछया जाता है। जिवें वाक है जमात विच किहड़ा बच्चा रौला पा रहा सी, इस वाक विच किहड़ा शब्द प्रश्नवाचक पड़नाव है, क्योंकि इस राही कोई प्रश्न पुछया गया है कि जमात दे विच रौला कौन पा रहा सी। शब्द भेद का अगला रूप है विशेषण। विशेषण की है? जिहड़ा शब्द किसी नाम,
ਜਾਂ ਪੜਨਾਮ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ, ਉਸ ਦੀ ਖਾਸੀਅਤ ਦੱਸੇ, ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਇਸ ਵਿਸ਼ੇਸ਼ਤਾ ਰਾਹੀਂ ਉਹ ਨਾਮ ਜਾਂ ਪੜਨਾਮ ਸ਼ਬਦਾਂ ਦੀ ਗਿਣਤੀ, ਮਿਣਤੀ, ਗੁਣ ਔਗੁਣ, ਲੱਛਣ, ਰੰਗ, ਅਵਸਥਾ ਆਦਿ ਦਾ ਬੋਧ ਕਰਵਾ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾ ਦਿੰਦਾ ਹੈ। ਵਿਸ਼ੇਸ਼ਣ ਦੀ ਪਰਿਭਾਸ਼ਾ: ਜਿਹੜੇ ਸ਼ਬਦ ਕਿਸੇ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਜਾਂ ਗੁਣ ਔਗੁਣ ਦੱਸ ਕੇ ਉਸ ਨੂੰ ਆਮ ਤੋਂ ਖਾਸ ਬਣਾਉਂਦੇ ਹਨ, ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਵਾਕ ਹੈ, ਸੁਨੀਤਾ ਸੁੰਦਰ ਲੜਕੀ ਹੈ। ਇਸ ਵਾਕ ਵਿੱਚ ਸੁੰਦਰ ਸ਼ਬਦ ਵਿਸ਼ੇਸ਼ਣ ਹੈ, ਕਿਉਂਕਿ ਸ਼ਬਦ ਸੁੰਦਰ ਨਾਮ ਸ਼ਬਦ ਸੁਨੀਤਾ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ ਕਿ ਉਹ ਸੁੰਦਰ ਹੈ। ਵਿਸ਼ੇਸ਼ਣ ਦੀਆਂ ਮੁੱਖ ਰੂਪ ਵਿੱਚ 5 ਕਿਸਮਾਂ ਹੁੰਦੀਆਂ ਹਨ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵਿਸ਼ੇਸ਼ਣ ਦੀ ਪਹਿਲੀ ਕਿਸਮ ਬਾਰੇ, ਜਿਸ ਦਾ ਨਾਂ ਹੈ ਗੁਣਵਾਚਕ ਵਿਸ਼ੇਸ਼ਣ। ਜਿਹੜਾ ਸ਼ਬਦ ਨਾਮ ਜਾਂ ਪੜਨਾਮ ਸ਼ਬਦਾਂ ਦੇ ਗੁਣ, ਔਗੁਣ, ਆਕਾਰ, ਅਵਸਥਾ ਆਦਿ ਦੱਸੇ, ਉਸ ਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਸੁੰਦਰ ਲੜਕੀ, ਇਸ ਵਿੱਚ ਸੁੰਦਰ ਸ਼ਬਦ ਗੁਣਵਾਚਕ ਵਿਸ਼ੇਸ਼ਣ ਹੈ ਕਿ ਗੁਣਵਾਚਕ ਵਿਸ਼ੇਸ਼ਣ ਕਿਸੇ ਨਾਮ ਜਾਂ ਪੜਨਾਮ ਦੇ ਗੁਣ, ਔਗੁਣ, ਆਕਾਰ, ਅਵਸਥਾ ਆਦਿ ਦੇ 3 ਦਰਜਿਆਂ ਜਾਂ ਅਵਸਥਾਵਾਂ ਜਾਂ ਪੱਧਰਾਂ ਨੂੰ ਪ੍ਰਗਟ ਕਰਦੇ ਹਨ। ਜਦੋਂ ਇਸ ਸੰਬੰਧ ਵਿੱਚ ਕਿਸੇ ਹੋਰ ਚੀਜ਼ ਨਾਲ ਤੁਲਨਾ ਨਾ ਕੀਤੀ ਜਾਵੇ ਤਾਂ ਇਹ ਗੁਣਵਾਚਕ ਵਿਸ਼ੇਸ਼ਣ ਦੀ ਸਧਾਰਨ ਅਵਸਥਾ ਹੁੰਦੀ ਹੈ। ਜਿਵੇਂ ਆਪਾਂ ਕਹਿੰਦੇ ਹਾਂ 12ਵੀਂ ਉੱਚੀ ਸ਼੍ਰੇਣੀ ਹੈ ਤੇ 12ਵੀਂ ਦੀ ਕਿਸੇ ਹੋਰ ਨਾਲ ਤੁਲਨਾ ਨਹੀਂ ਕੀਤੀ ਗਈ। ਇਹ ਗੁਣਵਾਚਕ ਵਿਸ਼ੇਸ਼ਣ ਦੀ ਸਧਾਰਨ ਅਵਸਥਾ ਹੈ। ਜਦੋਂ ਕੋਈ ਤੁਲਨਾ 2 ਚੀਜ਼ਾਂ ਵਿਚਕਾਰ ਹੋਵੇ ਤਾਂ ਇਹ ਇਸ ਦੀ ਅਧਿਕਤਰ ਅਵਸਥਾ ਹੁੰਦੀ ਹੈ। ਜਿਵੇਂ 11ਵੀਂ ਨਾਲੋਂ 12ਵੀਂ ਸ਼੍ਰੇਣੀ ਉਚੇਰੀ ਹੈ। ਇਸ ਵਿੱਚ 11ਵੀਂ ਦੀ 12ਵੀਂ ਦੇ ਨਾਲ ਤੁਲਨਾ ਹੈ। ਇਸ ਅਵਸਥਾ ਨੂੰ ਪ੍ਰਗਟ ਕਰਨ ਲਈ ਤੋਂ ਜਾਂ ਨਾਲੋਂ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਇਸ ਵਾਕ ਵਿੱਚ ਕੀਤੀ ਗਈ ਹੈ, 11ਵੀਂ ਨਾਲੋਂ 12ਵੀਂ, ਨਾਲੋਂ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਜਦੋਂ ਅਜਿਹੀ ਤੁਲਨਾ 2 ਤੋਂ ਵਧੇਕ ਨਾਵਾਂ ਜਾਂ ਪੜਨਾਵਾਂ ਵਿਚਕਾਰ ਇਸ ਪ੍ਰਕਾਰ ਕੀਤੀ ਹੋਵੇ ਕਿ ਤੁਲਨਾ ਕੀਤੇ ਜਾਣ ਵਾਲਾ ਪੱਖ ਕਿਸੇ ਇੱਕ ਵਿੱਚ ਸਭ ਤੋਂ ਵੱਧ ਦੱਸਿਆ ਜਾਵੇ ਤਾਂ ਇਹ ਗੁਣਵਾਚਕ ਵਿਸ਼ੇਸ਼ਣ ਦੀ ਅਧਿਕਤਰ ਅਵਸਥਾ ਹੁੰਦੀ ਹੈ। ਜਿਵੇਂ ਆਪਾਂ ਕਹਿੰਦੇ ਹਾਂ 12ਵੀਂ ਸਕੂਲ ਦੀ ਉੱਚਤਮ ਸ਼੍ਰੇਣੀ ਹੈ। ਇਸ ਅਵਸਥਾ ਨੂੰ ਪ੍ਰਗਟ ਕਰਨ ਲਈ ਸਭ ਤੋਂ ਵੱਧ ਜਾਂ ਸਭ ਤੋਂ ਵਧੇਕ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਤੁਸੀਂ ਇਹ ਗੁਣਵਾਚਕ ਵਿਸ਼ੇਸ਼ਣ ਦੀਆਂ ਇਹ ਤਿੰਨੋਂ ਅਵਸਥਾਵਾਂ ਨੂੰ ਦੇਖ ਸਕਦੇ ਹੋ। ਪਹਿਲੀ ਹੈ ਸਧਾਰਨ ਅਵਸਥਾ, ਦੂਸਰੀ ਹੈ ਅਧਿਕਤਰ ਅਵਸਥਾ ਅਤੇ ਤੀਸਰੀ ਹੈ ਅਧਿਕਤਮ ਅਵਸਥਾ। ਚੰਗਾ ਸ਼ਬਦ ਸਧਾਰਨ ਅਵਸਥਾ ਹੈ, ਚੰਗੇਰਾ ਅਧਿਕਤਰ, ਸਭ ਤੋਂ ਚੰਗਾ ਅਧਿਕਤਮ। ਨਵੀਨ ਸ਼ਬਦ ਸਧਾਰਨ ਅਵਸਥਾ ਹੈ, ਨਵੀਨਤਰ ਅਧਿਕਤਰ, ਨਵੀਨਤਮ ਅਧਿਕਤਮ। ਵੱਧ ਸ਼ਬਦ ਸਧਾਰਨ ਅਵਸਥਾ ਨੂੰ ਬਿਆਨ ਕਰਦਾ ਹੈ, ਵਧੇਰਾ ਅਧਿਕਤਰ, ਸਭ ਤੋਂ ਵੱਧ ਅਧਿਕਤਮ। ਉੱਚਾ ਸ਼ਬਦ ਸਧਾਰਨ ਅਵਸਥਾ ਨੂੰ ਬਿਆਨ ਕਰਦਾ ਹੈ, ਉਚੇਰਾ ਅਧਿਕਤਰ ਅਵਸਥਾ ਨੂੰ, ਅਤੇ ਉੱਚਤਮ ਸ਼ਬਦ ਅਧਿਕਤਮ ਅਵਸਥਾ ਨੂੰ ਬਿਆਨ ਕਰਦਾ ਹੈ। ਸੋ ਇਹ ਸੀ ਵਿਸ਼ੇਸ਼ਣ ਦੀ ਪਹਿਲੀ ਕਿਸਮ, ਗੁਣਵਾਚਕ ਵਿਸ਼ੇਸ਼ਣ। ਵਿਸ਼ੇਸ਼ਣ ਦੀ ਦੂਸਰੀ ਕਿਸਮ ਦਾ ਨਾਂ ਹੈ ਗਿਣਤੀਵਾਚਕ ਵਿਸ਼ੇਸ਼ਣ ਜਾਂ ਸੰਖਿਆਵਾਚਕ ਵਿਸ਼ੇਸ਼ਣ। ਗਿਣਤੀਵਾਚਕ ਵਿਸ਼ੇਸ਼ਣ ਜਾਂ ਸੰਖਿਆਵਾਚਕ ਵਿਸ਼ੇਸ਼ਣ ਕੀ ਹੈ? ਜਿਹੜਾ ਸ਼ਬਦ ਕਿਸੇ ਨਾਮ ਜਾਂ ਪੜਨਾਮ ਸ਼ਬਦ ਦੀ ਗਿਣਤੀ ਦਾ ਗਿਆਨ ਦੇਵੇ, ਉਸ ਨੂੰ ਗਿਣਤੀਵਾਚਕ ਵਿਸ਼ੇਸ਼ਣ ਜਾਂ ਸੰਖਿਆਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਇਹ 2 ਪ੍ਰਕਾਰ ਦੇ ਹੁੰਦੇ ਹਨ, ਤੁਸੀਂ ਦੇਖ ਰਹੇ ਹੋ। ਪਹਿਲਾ ਹੈ ਨਿਸ਼ਚਿਤ ਗਿਣਤੀਵਾਚਕ ਵਿਸ਼ੇਸ਼ਣ ਜਾਂ ਸੰਖਿਆਵਾਚਕ ਵਿਸ਼ੇਸ਼ਣ, ਦੂਸਰਾ ਹੈ ਅਨਿਸ਼ਚਿਤ ਗਿਣਤੀਵਾਚਕ ਵਿਸ਼ੇਸ਼ਣ ਜਾਂ ਸੰਖਿਆਵਾਚਕ ਵਿਸ਼ੇਸ਼ਣ। ਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਣ ਕੀ ਹੁੰਦਾ ਹੈ? ਜਿਸ ਵਿਸ਼ੇਸ਼ਣ ਦੇ ਵਿੱਚ
ਨਿਸ਼ਚਿਤ ਗਿਣਤੀ ਸੰਬੰਧੀ ਸ਼ਬਦ ਆਉਂਦੇ ਹਨ, ਜਿਵੇਂ 1, 2, 4, 5, 7, 10 ਆਦਿ। ਇਸ ਵਿੱਚ ਅਪੂਰਨ ਅੰਕ ਬੋਧਕ ਵੀ ਆਉਂਦੇ ਹਨ, ਜਿਵੇਂ ਆਪਾਂ ਕਹਿੰਦੇ ਹਾਂ 1.5, 2.5, ਅੱਧਾ, ਪੌਣਾ ਆਦਿ। ਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਣ ਦੇ ਵਿੱਚ ਕਰਮਵਾਚਕ ਭਾਵ ਦਰਜੇਵਾਰ ਗਿਣਤੀ ਵੀ ਆਉਂਦੀ ਹੈ, ਜਿਵੇਂ ਚੌਥਾ, 8ਵਾਂ, 10ਵਾਂ, 16ਵਾਂ ਆਦਿ। ਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਣ ਗਿਣਤੀ ਨੂੰ ਗੁਣਾ ਕਰਕੇ ਵੀ ਦਰਸਾਉਂਦਾ ਹੈ, ਜਿਵੇਂ ਦੁੱਗਣਾ, ਤਿੱਗਣਾ, ਚੌਗੁਣਾ, 20 ਗੁਣਾ ਆਦਿ। ਸੰਖਿਆਵਾਚਕ ਵਿਸ਼ੇਸ਼ਣ ਦੀ ਦੂਸਰੀ ਕਿਸਮ ਹੈ ਅਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਣ। ਇਹ ਵਿਸ਼ੇਸ਼ਣ ਗਿਣਤੀ ਨੂੰ ਸਿਰਫ ਅਨੁਮਾਨ ਵਿੱਚ ਹੀ ਦਰਸਾਉਂਦਾ ਹੈ, ਜਿਵੇਂ 5 ਕੁ, 1 ਅੱਧਾ, ਥੋੜ੍ਹੇ, ਬਹੁਤੇ, ਕਈ ਆਦਿ। ਭਾਵ ਨਿਸ਼ਚਿਤ ਰੂਪ ਵਿੱਚ ਕੋਈ ਗਿਣਤੀ ਨਹੀਂ ਦੱਸੀ ਜਾਂਦੀ, ਸਿਰਫ ਅੰਦਾਜ਼ਾ ਹੀ ਹੁੰਦਾ ਹੈ। ਇਸ ਨੂੰ ਅਸੀਂ ਅਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਣ ਕਹਿੰਦੇ ਹਾਂ। ਵਿਸ਼ੇਸ਼ਣ ਦੀ ਤੀਸਰੀ ਕਿਸਮ ਦਾ ਨਾਂ ਹੈ ਮਿਣਤੀਵਾਚਕ ਵਿਸ਼ੇਸ਼ਣ ਜਾਂ ਪਰਿਮਾਣਵਾਚਕ ਵਿਸ਼ੇਸ਼ਣ। ਜਿਹੜੇ ਵਿਸ਼ੇਸ਼ਣ ਸ਼ਬਦਾਂ ਤੋਂ ਮਿਣਤੀ, ਤੋਲ ਜਾਂ ਮਾਪ ਦਾ ਪਤਾ ਲੱਗੇ, ਉਹ ਸ਼ਬਦ ਪਰਿਮਾਣਵਾਚਕ ਜਾਂ ਮਿਣਤੀਵਾਚਕ ਵਿਸ਼ੇਸ਼ਣ ਅਖਵਾਉਂਦਾ ਹੈ। ਇਸ ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ, ਤੁਸੀਂ ਦੇਖ ਰਹੇ ਹੋ। ਪਹਿਲਾ ਹੈ ਨਿਸ਼ਚਿਤ ਮਿਣਤੀਵਾਚਕ ਵਿਸ਼ੇਸ਼ਣ ਜਾਂ ਪਰਿਮਾਣਵਾਚਕ ਵਿਸ਼ੇਸ਼ਣ, ਅਤੇ ਦੂਸਰਾ ਹੈ ਅਨਿਸ਼ਚਿਤ ਮਿਣਤੀਵਾਚਕ ਵਿਸ਼ੇਸ਼ਣ ਜਾਂ ਪਰਿਮਾਣਵਾਚਕ ਵਿਸ਼ੇਸ਼ਣ। ਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ ਕੀ ਹੈ? ਜਿਸ ਵਿੱਚ ਮਿਣਤੀ, ਤੋਲ ਜਾਂ ਮਾਪ ਦਾ ਨਿਸ਼ਚਿਤ ਰੂਪ ਵਿੱਚ ਪਤਾ ਲੱਗਦਾ ਹੈ, ਉਸ ਨੂੰ ਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ 5 ਕਿਲੋ ਆਟਾ, 10 ਲੀਟਰ ਪੈਟਰੋਲ ਆਦਿ। ਦੂਜੀ ਕਿਸਮ ਹੈ ਅਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ। ਜਿਹੜੇ ਵਿਸ਼ੇਸ਼ਣ ਸ਼ਬਦ ਤੋਂ ਮਿਣਤੀ, ਤੋਲ ਜਾਂ ਮਾਪ ਦਾ ਨਿਸ਼ਚਿਤ ਅਤੇ ਸਪਸ਼ਟ ਰੂਪ ਵਿੱਚ ਪਤਾ ਨਾ ਲੱਗੇ, ਸਿਰਫ ਅਨੁਮਾਨ ਜਾਂ ਅੰਦਾਜ਼ਾ ਹੀ ਹੋਵੇ, ਉਸ ਨੂੰ ਅਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ ਥੋੜ੍ਹਾ, ਬਹੁਤ, ਕਾਫੀ, ਚੋਖਾ, ਘੱਟ, ਵੱਧ, ਕੁਝ, ਸਾਰਾ ਆਦਿ ਸ਼ਬਦ। ਵਿਸ਼ੇਸ਼ਣ ਦੀ ਚੌਥੀ ਕਿਸਮ ਦਾ ਨਾਂ ਹੈ ਨਿਸ਼ਚੈਵਾਚਕ ਵਿਸ਼ੇਸ਼ਣ। ਨਿਸ਼ਚੈਵਾਚਕ ਵਿਸ਼ੇਸ਼ਣ ਕੀ ਹੈ? ਜਿਹੜਾ ਸ਼ਬਦ ਕਿਸੇ ਨਾਮ ਜਾਂ ਪੜਨਾਮ ਨਾਲ ਇਸ ਤਰ੍ਹਾਂ ਆਵੇ ਕਿ ਉਸ ਵੱਲ ਨਿਸ਼ਚੇ ਨਾਲ ਸੰਕੇਤ ਕਰਦਾ ਹੋਇਆ ਉਸ ਨੂੰ ਆਮ ਤੋਂ ਵਿਸ਼ੇਸ਼ ਬਣਾਵੇ, ਉਸ ਨੂੰ ਨਿਸ਼ਚੈਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਨਿਸ਼ਚੈਵਾਚਕ ਵਿਸ਼ੇਸ਼ਣ ਵੀ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਹੈ ਨਿਕਟਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ ਅਤੇ ਦੂਸਰਾ ਹੈ ਦੂਰਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ। ਨਿਕਟਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ, ਜਿਵੇਂ ਆਪਾਂ ਕਹਿੰਦੇ ਹਾਂ ਇਹ ਮੇਰੀ ਕਿਤਾਬ ਹੈ, ਇਸ ਵਾਕ ਵਿੱਚ ਇਹ ਸ਼ਬਦ ਨਿਕਟਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ ਹੈ। ਦੂਰਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ, ਜਿਵੇਂ ਆਪਾਂ ਕਹਿੰਦੇ ਹਾਂ ਉਹ ਮੇਰਾ ਸਕੂਲ ਹੈ, ਇਸ ਵਾਕ ਵਿੱਚ ਉਹ ਸ਼ਬਦ ਦੂਰਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ ਹੈ। ਵਿਸ਼ੇਸ਼ਣ ਦੀ ਪੰਜਵੀਂ ਅਤੇ ਆਖਰੀ ਕਿਸਮ ਹੈ ਪੜਨਾਵੀ ਵਿਸ਼ੇਸ਼ਣ। ਪੜਨਾਵੀ ਵਿਸ਼ੇਸ਼ਣ ਕੀ ਹੈ? ਜਿਹੜਾ ਪੜਨਾਮ ਸ਼ਬਦ ਵਾਕ ਦੇ ਪ੍ਰਸੰਗ ਵਿੱਚ ਨਾਮ ਸ਼ਬਦ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਦੇਵੇ, ਉਸ ਨੂੰ ਪੜਨਾਵੀ ਵਿਸ਼ੇਸ਼ਣ ਆਖਦੇ ਹਨ। ਜਿਵੇਂ ਵਾਕ ਹੈ, ਜਿਹੜਾ ਮੁੰਡਾ ਕੱਲ੍ਹ ਆਇਆ ਸੀ, ਉਸਨੇ ਪ੍ਰੀਖਿਆ ਵਿੱਚ ਪਹਿਲਾ ਦਰਜਾ ਪ੍ਰਾਪਤ ਕੀਤਾ ਸੀ। ਇਸ ਵਾਕ ਵਿੱਚ ਜਿਹੜਾ ਸ਼ਬਦ ਪੜਨਾਵੀ ਵਿਸ਼ੇਸ਼ਣ ਹੈ, ਕਿਉਂਕਿ ਇਹ ਨਾਮ ਸ਼ਬਦ ਮੁੰਡੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਨੂੰ ਪ੍ਰਗਟ ਕਰਦਾ ਹੈ। ਇਹ ਸੀ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ B ਦੇ ਪਾਠਕ੍ਰਮ ਵਿੱਚ ਸ਼ਾਮਿਲ ਪੰਜਾਬੀ ਵਿਆਕਰਣ ਦੇ ਦੂਸਰੇ ਅੰਗ ਸ਼ਬਦ ਬੋਧ ਅਧੀਨ ਆਉਂਦੇ ਸ਼ਬਦ ਭੇਦ, ਨਾਮ, ਪੜਨਾਮ ਅਤੇ ਵਿਸ਼ੇਸ਼ਣ ਦੀਆਂ ਕਿਸਮਾਂ, ਜਿਸ ਬਾਰੇ ਅਸੀਂ ਗੱਲਬਾਤ ਕੀਤੀ ਹੈ। ਧੰਨਵਾਦ।